ਸਤਿ ਸ਼੍ਰੀ ਅਕਾਲ। ਲੋਕਰਾਣ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਮੌਜੂਦ ਨੇ। ਧਾਲੀਵਾਲ ਸਾਹਿਬ ਨਾਲ ਅਸੀਂ ਡਿਸਕਸ ਕਰਾਂਗੇ ਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਹੈ, ਗਹਿਰਾ ਹੋ ਗਿਆ ਉਹ ਸੰਕਟ। ਦੂਜੇ ਪਾਸੇ ਗੱਲ ਚੱਲਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਦੋਂ ਢਾਂਚਾ ਭੰਗ ਕਰਤਾ ਸਾਰਾ, ਤਾਂ ਆਪਣੀ ਜਿਹੜੀ ਪ੍ਰਧਾਨਗੀ ਹੈ ਉਹ ਪ੍ਰਧਾਨਗੀ ਬਰਕਰਾਰ ਕਿਉਂ ਰੱਖੀ। ਰਵੀ ਕਰਨ ਸਿੰਘ ਕਾਲੋਂ ਦੇ ਘਰ ਇਕੱਠ ਹੁੰਦਾ, ਉਸ ਇਕੱਠ ਦੇ ਵਿੱਚ ਗੱਲਾਂ ਡਿਸਕਸ ਹੁੰਦੀਆਂ, ਪਰ ਆਗੂ ਕਹਿੰਦੇ ਨੇ ਕਿ ਸਾਡਾ ਨਾਰਮਲੀ ਇਕੱਠ ਸੀ, ਅੱਗੇ ਦੀ ਤਰ੍ਹਾਂ ਆਹ ਇਕੱਠ ਸੀ। ਪਰ ਸਿਆਸੀ ਗਲਿਆਰਿਆਂ ਦੇ ਵਿੱਚ ਆਹ ਚਰਚਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਆਪਣੇ ਹੀ ਵੱਡੇ ਲੀਡਰਾਂ ਦੀ ਇੱਕ ਲੌਬੀ ਹੈ ਜਿਹੜੀ ਚਾਹੁੰਦੀ ਹੈ ਕਿ ਬਾਦਲ ਪਰਿਵਾਰ ਅਕਾਲੀ ਦਲ ਤੋਂ ਪਿੱਛੇ ਹਟੇ, ਤਾਂ ਕਿਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਮੁੜ ਸੱਤਾ ਦੇ ਵਿੱਚ ਆ ਸਕਦਾ। ਇਸ ਸਭ ਕਾਸੇ ਦੇ ਵਿੱਚ ਉਦੋਂ ਇੱਕ ਟਰਨਿੰਗ ਪੁਆਇੰਟ ਵੀ ਆਉਂਦਾ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਅਚਾਨਕ ਜ਼ਮਾਨਤ ਹੋ ਜਾਂਦੀ ਹੈ। ਧਾਲੀਵਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਿੱਖ ਪੋਲਿਟਿਕਸ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਦੇਖਦੇ ਨੇ, ਸਾਡੇ ਨਾਲ ਨੇ। ਧਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਤੁਹਾਡਾ ਜੀ। ਮਿਹਰਬਾਨੀ ਜੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਮਿਹਰਬਾਨੀ ਤੁਸੀਂ ਸਰੋਤਿਆਂ ਦੇ ਰੂਬਰੂ ਕੀਤਾ ਜੀ। ਧਾਲੀਵਾਲ ਸਾਹਿਬ ਲੰਮੇ ਸਮੇਂ ਤੋਂ ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਗਤੀਵਿਧੀਆਂ ਦੇਖ ਰਹੇ ਹੋ, ਸਿੱਖ ਪੋਲਿਟਿਕਸ ਬਾਰੇ ਤੁਸੀਂ ਜਾਣਦੇ ਹੋ। ਜੋ ਕੁਛ ਇਹ ਸਥਿਤੀ ਅੱਜ ਬਣ ਗਈ, ਲੌਬੀ ਕਹਿੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਪਾਸੇ ਕੀਤੇ ਜਾਣ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇੱਕ ਕਮੇਟੀ ਬਣਾ ਦੀ ਕਿ ਜੋ ਅਨੁਸ਼ਾਸਨ ਭੰਗ ਕਰੂਗਾ ਉਹਦੇ ਤੇ ਕਾਰਵਾਈ ਵੀ ਹੋ ਸਕਦੀ ਹੈ। ਸੁਖਬੀਰ ਸਿੰਘ ਬਾਦਲ ਨੂੰ ਕੀ ਮਹਿਸੂਸ ਹੁੰਦਾ? ਜੇਕਰ ਕੁਝ ਮਹਿਸੂਸ ਹੁੰਦਾ ਤਾਂ ਉਹਨਾਂ ਨੇ ਢਾਂਚਾ ਭੰਗ ਕਰਤਾ ਵੀ ਮੇਰਾ ਵਿਰੋਧ ਹੋਊਗਾ। ਸੋ ਤਮਾਮ ਇਹ ਗੱਲਾਂ ਹੈਗੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਇਸ ਅਕਾਲੀ ਪੋਲਿਟਿਕਸ ਦੀ ਜਿਹੜੀ ਅੱਜ ਜਿਸ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਸ ਗਿਆ? ਮੈਨੂੰ ਇਹ ਲੱਗਦਾ ਹੈ ਕਿ ਇਹਨੂੰ ਆਪਾਂ ਦੋ ਭਾਗਾਂ 'ਚ ਵੰਡ ਲਈਏ। ਇੱਕ ਤਾਂ ਆਪਾਂ ਅਕਾਲੀ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹਦੀ ਬੈਕਗਰਾਊਂਡ ਦੇ ਵਿੱਚ ਜਿਹੜੀਆਂ ਜਨਰਲ ਸਥਿਤੀਆਂ ਨੇ ਉਹ ਕੀ ਸੀ, ਹੁਣ ਕੀ ਨੇ। ਦੂਜਾ ਕਰੰਟ ਸਿਚੁਏਸ਼ਨ ਦੇ ਵਿੱਚ ਬਾਦਲ ਪਰਿਵਾਰ ਦੀ ਸਥਿਤੀ ਕੀ ਹੈ। ਮੈਨੂੰ ਜੋ ਲੱਗ ਰਿਹਾ ਹੈ, ਜਾਂ ਇਹ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਬਾਕੀ ਅਕਾਲੀ ਦਲਾਂ ਵਿੱਚੋਂ ਸਭ ਤੋਂ ਭਾਰੂ ਸੀ ਸਿਆਸਤ ਦੇ ਵਿੱਚ, ਉਹਦੀ ਸਥਿਤੀ ਕੀ ਹੈ। ਪਹਿਲੀ ਸਥਿਤੀ ਇਹ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਖ ਸਿਆਸਤ ਤੇ ਸਿੱਖ ਧਰਮ ਦੋਨੇ ਰਲ ਕੇ ਚੱਲਦੇ ਸੀ। ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਸ ਵਾਕ ਨੂੰ ਲੈ ਕੇ ਬੜਾ ਚਿਰ ਰੌਲਾ ਪਿਆ। ਸਿੱਖਾਂ ਦੀਆਂ ਸਾਰੀਆਂ ਰੈਲੀਆਂ ਉਹ ਗੁਰਦੁਆਰਿਆਂ 'ਚ ਹੁੰਦੀਆਂ ਰਹੀਆਂ ਪਿਛਲੇ ਸਮੇਂ 'ਚ। ਈਵਨ ਜਦੋਂ ਕਾਂਗਰਸ 47 ਤੋਂ ਪਹਿਲਾਂ ਕਾਂਗਰਸ ਦੇ ਉਸ ਆਜ਼ਾਦੀ ਦੇ ਅੰਦੋਲਨ 'ਚ ਸਿੱਖ ਕੁੱਦੇ, ਤਾਂ ਕਾਂਗਰਸ ਨੂੰ ਕਦੇ ਇਹ ਨਹੀਂ ਲੱਗਿਆ ਕਿ ਭਾਵੇਂ ਉਹ ਸੈਕੂਲਰ ਸੰਵਿਧਾਨ ਦੇ ਹੱਕ ਵਿੱਚ ਸੀ, ਪਰ ਉਦੋਂ ਕਦੇ ਨਹੀਂ ਲੱਗਿਆ ਉਹਨਾਂ ਨੂੰ ਕਿ ਸਿੱਖ ਸੈਕੂਲਰ ਨਹੀਂ ਹੈਗੇ। ਹੌਲੀ ਹੌਲੀ ਉਸ ਸਿਚੁਏਸ਼ਨ ਤੋਂ ਤੁਰਦੇ ਆਉਂਦੇ, ਜਦੋਂ ਇੱਕ ਸਮਾਂ ਉਹ ਵੀ ਸੀ ਕਿ 84 ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਆਫੀਸ਼ੀਅਲ ਦਫ਼ਤਰ ਸੀ ਪਾਰਟੀ ਦਾ, ਉਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸੀ। ਹੌਲੀ ਹੌਲੀ ਚਲੋ ਫਿਰ ਉਹ ਚੰਡੀਗੜ੍ਹ ਲੈ ਜਾਂਦਾ, ਉਹ ਆ ਗਿਆ ਜੀ। ਫਿਰ ਕੀ ਹੋਇਆ ਕਿ ਚੋਣ ਸੁਧਾਰਾਂ ਦੇ ਨਾਂ ਥੱਲੇ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ ਕਿ ਕਿਸੇ ਵੀ ਸਕੂਲ 'ਚ, ਪਹਿਲਾਂ ਸਕੂਲਾਂ 'ਚ ਵੀ ਰੈਲੀਆਂ ਹੁੰਦੀਆਂ ਸੀ ਇੱਦਾਂ ਦੀਆਂ ਵੀ ਸਕੂਲ 'ਚ ਧਾਰਮਿਕ ਥਾਂ 'ਤੇ ਕੋਈ ਰੈਲੀ ਨਹੀਂ ਹੋਊਗੀ। ਫਿਰ ਇਹ ਹੋਇਆ ਕਿ ਸਿੱਖ ਸਿਆਸਤ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਣੀ ਸ਼ੁਰੂ ਹੋ ਗਈ। ਇਹਦਾ ਇੱਕ ਕਾਰਨ ਇਹ ਹੋਇਆ ਕਿ ਜਿਹੜੀਆਂ ਸਿੱਖ ਸਿਧਾਂਤਾਂ ਦੇ ਵਿੱਚ ਪੰਜ ਪ੍ਰਧਾਨੀ ਪ੍ਰਥਾ ਸੀ ਕਿ ਇੱਕ ਬੰਦੇ ਦੇ ਹੱਥ 'ਚ ਕਦੇ ਤਾਕਤ ਨਹੀਂ ਸੀ ਆਈ, ਘੱਟੋ ਘੱਟ ਉਹਦੇ 3 ਸੈਂਟਰ ਪਾਵਰ ਦੇ, ਜਿੰਨਾ ਚਿਰ ਮੈਂ ਦੇਖਦਾ ਰਿਹਾ, ਮੈਂ ਲਗਭਗ 10ਵੀਂ ਮੈਂ 75 'ਚ ਕੀਤੀ ਹੈ, ਤੁਸੀਂ ਇਹ ਕਹ ਲਓ 73 ਤੋਂ ਮੈਂ ਲਗਭਗ ਸਰਗਰਮੀ ਨਾਲ ਦੇਖਦਾ ਆ ਰਿਹਾ ਕਿ ਸਿੱਖ ਸਿਆਸਤ ਦੇ 3 ਧੁਰੇ ਹੁੰਦੇ ਸੀ। ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਇੱਕ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਦਾ ਉਮੀਦਵਾਰ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ। 3 ਧੁਰੇ ਮਿਲਾ ਕੇ ਚੱਲਦੇ ਸੀ ਕਿ ਇੱਕ ਸਮਾਂ ਐਸਾ ਆਇਆ ਜਦੋਂ ਟੌੜਾ ਸਾਹਿਬ ਨੇ ਥੋੜ੍ਹਾ ਜਿਹਾ ਇਹ ਕਿਹਾ ਕਿ ਬਾਦਲ ਸਾਹਿਬ ਕੋਲ ਕੰਮ ਬਹੁਤ ਹੈ, ਹੁਣ ਇਹਨਾਂ ਨੂੰ ਕੋਈ ਕਾਰਜਕਾਰੀ ਪ੍ਰਧਾਨ ਬਣਾ ਦੇਣਾ ਚਾਹੀਦਾ। ਉਹਨਾਂ ਦਾ ਇਸ਼ਾਰਾ ਇਹ ਸੀ ਕਿ ਸੁਖਬੀਰ ਬਾਦਲ ਇੰਨਾ ਦਖਲ ਦੇਣ ਲੱਗਿਆ ਕਿ ਇਹਨੂੰ ਤੁਸੀਂ ਕੋਈ ਅਹੁਦਾ ਹੀ ਦੇ ਦਿਓ। ਫਿਰ ਹੈ ਤਾਂ ਵਿਅੰਗ ਸੀ ਉਹਨਾਂ ਦਾ, ਲੇਕਿਨ ਇੰਨੇ ਕੁ ਵਿਅੰਗ ਤੇ ਟੌੜਾ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਵੀ ਹਟਾਇਆ ਤੇ ਅਕਾਲੀ ਦਲ 'ਚੋਂ ਵੀ ਬਾਹਰ ਕੀਤਾ। ਲੇਕਿਨ ਉਹਨਾਂ ਨੇ ਸਰਬ ਹਿੰਦ ਅਕਾਲੀ ਦਲ ਬਣਾ ਕੇ ਆਪ ਦੀ ਤਾਕਤ ਦਿਖਾਈ, ਜਿਹਦੇ ਨਾਲ ਅਕਾਲੀ ਦਲ ਹਾਰ ਗਿਆ। ਹਾਲਾਂਕਿ ਉਹ ਕੁਝ ਨਹੀਂ ਜਿੱਤੇ, ਪਰ ਅਕਾਲੀ ਦਲ ਹਾਰ ਗਿਆ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਧੜੇ ਵੀ ਹੁੰਦੇ ਸੀ ਕਿ ਤਲਵੰਡੀ ਦਾ ਧੜਾ ਹੈ, 4 MLA ਉਸ ਧੜੇ ਦੇ ਨੇ, ਢੀਂਡਸਾ ਸਾਹਿਬ ਦਾ ਧੜਾ ਹੈ, 4 MLA ਉਹਦੇ ਨੇ, 6-7 MLA ਟੌੜਾ ਸਾਹਿਬ ਦੇ ਨੇ, 3-4 MLA ਤੁੜ ਸਾਹਿਬ ਦੇ ਨੇ। ਇੱਦਾਂ ਕੁਛ ਬੰਦੇ ਸੀ
ਹੌਲੀ ਹੌਲੀ ਬਾਦਲ ਸਾਹਿਬ ਨੇ ਜਿਉਂ ਹੀ ਬੀਜੇਪੀ ਨਾਲ ਉਹਨਾਂ ਦੀ ਨੇੜਤਾ ਵਧੀ, ਇਹ ਮਾਡਲ ਲਿਆਂਦਾ ਕਿ ਸਾਰੀ ਤਾਕਤ ਆਪਦੇ ਕੋਲੇ ਇਕੱਠੀ ਕਰ ਲਈ। ਉਹ ਸਾਰੀ ਤਾਕਤ ਇਕੱਠੀ ਕਰਕੇ ਸਾਰੇ ਫੈਸਲੇ ਲਿਫਾਫਿਆਂ 'ਚੋਂ ਨਿਕਲਣ ਲੱਗ ਗਏ। ਮਤਲਬ ਜਿਹੜੇ ਵੀ ਮੋਹਰੀ ਬੰਦੇ ਸੀ ਉਹ ਸਾਰੇ ਇਸ ਗੱਲ 'ਤੇ ਚੁੱਪ ਕਰ ਜਾਂਦੇ ਸੀ। ਇੱਕ ਬੰਦਾ ਸੁਝਾਅ ਦੇ ਦਿੰਦਾ ਸੀ ਭਰੀ ਮੀਟਿੰਗ ਦੇ ਵਿੱਚ, ਚਾਹੇ ਉਹ ਕੋਰ ਕਮੇਟੀ ਦੀ ਮੀਟਿੰਗ ਸੀ, ਚਾਹੇ ਉਹ ਟਿਕਟਾਂ ਵੰਡਣ ਵਾਲੀ ਪਾਰਲੀਮੈਂਟਰੀ ਬੋਰਡ ਦੀ ਟਿਕਟ ਹੁੰਦੀ, ਚਾਹੇ ਉਹ ਕਿਸੇ ਰਾਜ ਸਭਾ ਦੇ ਕੌਣ ਕੈਂਡੀਡੇਟ ਹੋਏਗਾ ਉਹਦੀ ਗੱਲ ਹੈ, ਚਾਹੇ ਮੰਤਰੀ ਕਿਹਨੂੰ ਬਣਾਉਣਾ ਹੈ। ਕੋਈ ਕਮੇਟੀਆਂ 'ਚ ਫੈਸਲੇ ਲੈਣ ਦੀ ਬਜਾਏ ਇਹ ਹੋ ਗਿਆ, ਪਹਿਲੀ ਗੱਲ ਤਾਂ ਮੀਟਿੰਗਾਂ ਹੋਣੋਂ ਹਟ ਗਈਆਂ। ਜੇ ਕੋਈ ਮੀਟਿੰਗ ਹੁੰਦੀ ਉਹਨਾਂ ਦਾ ਕੋਈ ਚੇਲਾ, ਚਾਹੇ ਉਹ ਭੁੰਦੜ ਸਾਹਿਬ ਹੁੰਦਾ, ਚਾਹੇ ਉਹ ਮਲੂਕਾ ਸਾਹਿਬ ਹੁੰਦਾ, ਚਾਹੇ ਇਹਨਾਂ ਵਰਗੇ ਹੋਰ ਕਈ ਹੁੰਦੇ, ਇੱਕ ਬੰਦਾ ਭੱਜ ਕੇ ਆਪਦੀ ਹਾਜ਼ਰੀ ਲਵਾਉਣ ਲਈ ਵੀ ਜੀ ਇਹ ਸਾਰੇ ਅਧਿਕਾਰ ਆਪਾਂ ਪ੍ਰਧਾਨ ਸਾਹਿਬ ਨੂੰ ਦੇ ਦਿਓ। ਪ੍ਰਧਾਨ ਸਾਹਿਬ ਨੂੰ ਅਧਿਕਾਰ ਦੇ ਤੇ ਪ੍ਰਧਾਨ ਸਾਹਿਬ ਲਿਫਾਫੇ 'ਚ ਆਪਦੀ ਚਿੱਠੀ ਭੇਜਦੇ, ਐਨ ਮੌਕੇ 'ਤੇ ਲਿਫਾਫਾ ਖੁੱਲ੍ਹਦਾ, ਕਿਸੇ ਨੂੰ ਕੁਝ ਪਤਾ ਨਹੀਂ ਲੱਗਣ ਦਿੰਦੇ ਸੀ ਵੀ ਕਿਹਦਾ ਨਵਾਂ ਆਊਗਾ ਕਿਹਦਾ ਨਹੀਂ। ਜੇ ਪਹਿਲਾਂ ਆ ਜਾਂਦਾ ਕਈ ਵਾਰੀ ਬਗਾਵਤ ਦਾ ਡਰ ਰਹਿੰਦਾ, ਉਹਦੇ ਨਾਲ ਸਾਰਿਆਂ ਦੇ ਮੂਹਰੇ ਡੈਪੂਟੇਸ਼ਨ ਮਿਲੀ ਜਾਂਦੇ, ਬਾਦਲ ਸਾਹਿਬ ਮੈਨੂੰ ਬਣਾਓ, ਕੋਈ ਨਹੀਂ ਕਾਕਾ ਤੈਨੂੰ ਵੀ ਦੇਖਾਂਗੇ। ਦੂਜਾ ਗਿਆ, ਕੋਈ ਨਹੀਂ ਕਾਕਾ ਮੈਂ ਵਿਚਾਰ ਕਰੂੰਗਾ, ਤੇਰਾ ਵੀ ਵਿਚਾਰ ਰਹੇ ਹਾਂ। ਮਤਲਬ ਇਸ ਤਰ੍ਹਾਂ ਕਰਕੇ ਬਹੁਤ ਹੀ ਚਲਾਕੀ ਨਾਲ ਉਹਨਾਂ ਨੇ ਸੁਖਬੀਰ ਬਾਦਲ ਨੂੰ ਮੂਹਰੇ ਲੈ ਕੇ ਆਂਦਾ। ਉਸ ਸਿਚੁਏਸ਼ਨ ਸੁਖਬੀਰ ਬਾਦਲ ਦਾ ਕਿਸੇ ਤੋਂ ਵਿਰੋਧ ਨਹੀਂ ਹੋਇਆ, ਜਦੋਂ ਕਿ ਸੁਖਬੀਰ ਬਾਦਲ ਨਾਲੋਂ ਸੀਨੀਅਰ ਬਹੁਤ ਬੈਠੇ ਸੀ। ਫਿਰ ਸਾਰੇ ਸੀਨੀਅਰ ਹੁੰਦੇ ਹੋਏ ਢੀਂਡਸਾ ਸਾਹਿਬ, ਭੁੰਦੜ ਸਾਹਿਬ, ਚੰਦੂ ਮਾਜਰਾ, ਇਸ ਤਰ੍ਹਾਂ ਦੇ ਹੋਰ ਵੀ ਕਈ, ਸਾਰਿਆਂ ਨੂੰ ਬ੍ਰਹਮਪੁਰਾ, ਸਭ ਨੂੰ ਪਿੱਛੇ ਧੱਕ ਕੇ ਸੁਖਬੀਰ ਬਾਦਲ ਨੂੰ ਕੇਂਦਰ 'ਚ ਮੰਤਰੀ ਬਣਾਇਆ। ਮੰਤਰੀ ਬਣਾ ਕੇ ਫਿਰ ਉਹ ਇੱਥੇ ਡਿਪਟੀ CM ਬਣਾਇਆ। ਮਤਲਬ ਉਹਦੇ ਵਿੱਚ ਜਦੋਂ ਇੱਕ ਐਸੀ ਪੋਜੀਸ਼ਨ ਆ ਗਈ ਕਿ ਮੁੱਖ ਮੰਤਰੀ ਖੁਦ, ਡਿਪਟੀ ਮੁੱਖ ਮੰਤਰੀ ਪੁੱਤਰ, ਕੇਂਦਰ 'ਚ ਮੰਤਰੀ ਨੂੰ, ਪਾਰਟੀ ਦਾ ਸਾਰਾ ਕੰਮ ਦੇਖਣ ਲਈ ਬੀਬੀ ਸੁਰਿੰਦਰ ਕੌਰ ਬਾਦਲ, ਫਾਈਨਾਂਸ ਮੰਤਰੀ ਭਤੀਜਾ, ਇੱਕ ਮੰਤਰੀ ਜਵਾਈ, ਇੱਕ ਮੰਤਰੀ ਸੁਖਬੀਰ ਦਾ ਸਾਲਾ। ਮਤਲਬ ਐਂ ਲੱਗਣ ਲੱਗ ਗਿਆ। ਇਸ ਤੋਂ ਬਿਨਾਂ ਹੋਰ ਵੀ ਕਈ ਰਿਸ਼ਤੇਦਾਰ, ਉਹ ਰਿਸ਼ਤੇਦਾਰ ਜਿਹੜੇ ਹੁਣ ਚੰਦੂ ਮਾਜਰਾ ਵਾਲੀ ਜਿਹੜੀ ਮੀਟਿੰਗ ਹੈ ਉਹ ਰਵੀਕਰਨ ਕਾਲੋਂ ਵਾਲੀ, ਉਹ 'ਚ ਬੈਠੇ ਦਿਖਾਈ ਦਿੰਦੇ ਨੇ। ਜਨਮੇਜਰ ਸਿੰਘ ਸਿੱਖੋਂ ਹੈ, ਮੈਂ ਤੁਹਾਨੂੰ ਨਾਮ ਦੱਸ ਦਿੰਦਾ ਵੀ ਹੁਣ ਉਹ ਉੱਧਰ ਬੈਠੇ ਦਿਖਾਈ ਦੇਣ ਲੱਗ। ਹੋਰ ਵੀ ਕਈ ਸਾਰੇ ਇੱਦਾਂ ਦੇ ਰਿਸ਼ਤੇਦਾਰ ਜੀ, ਮਤਲਬ ਐਡਾ ਵਲਗਣ ਉਹਨਾਂ ਨੇ ਵੜ ਲਈ ਕਿ ਉਹ ਇੱਕ ਪੰਜ ਪ੍ਰਧਾਨੀ ਪਰੰਪਰਾ ਦੀ ਥਾਂ 'ਤੇ ਇੱਕੋ ਹੀ ਪ੍ਰਧਾਨ ਹੋ ਗਿਆ। ਉਹਦੇ ਨਾਲ ਇਹ ਸੰਕਟ ਜਿਹੜਾ ਆਉਣਾ ਸੀ ਇਹ ਜ਼ਰੂਰੀ ਸੀ। ਅੱਜ ਆਉਂਦਾ, ਕੱਲ੍ਹ ਨੂੰ ਆਉਂਦਾ, 2 ਦਿਨਾਂ ਨੂੰ ਆਉਂਦਾ, 10 ਦਿਨਾਂ ਨੂੰ ਆਉਂਦਾ। ਦੂਸਰਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਨੂੰ ਯਾਦ ਹੈ ਜਦੋਂ ਬਰਨਾਲਾ ਸਾਹਿਬ ਨੂੰ ਪ੍ਰਧਾਨ ਬਣਾਇਆ ਤਾਂ ਇੱਕ ਗੱਲ ਸਪੈਸ਼ਲ ਤੌਰ 'ਤੇ ਉਭਾਰ ਹੀ ਗਈ, ਕਿਉਂਕਿ ਉਦੋਂ ਤੱਕ ਬਾਦਲ ਸਾਹਿਬ ਕੈਂਡੀਡੇਟ ਸੀਗੇ ਇਹਦੇ ਆਪਣੇ ਮੁੱਖ ਮੰਤਰੀ ਦੇ, ਪ੍ਰਧਾਨ ਲੌਂਗੋਵਾਲ ਸੀਗੇ, ਲੌਂਗੋਵਾਲ ਦਾ ਕਤਲ ਹੋ ਗਿਆ, ਉਸ ਤੋਂ ਬਾਅਦ ਇੱਕਦਮ ਪ੍ਰਧਾਨ ਬਣਾਉਣਾ ਪਿਆ। ਉੱਥੇ ਪ੍ਰੈਸ਼ਰ ਆ ਗਿਆ ਕਿ ਬਰਨਾਲਾ ਸਾਹਿਬ ਨੂੰ ਪ੍ਰਧਾਨ ਬਣਾਓ। ਇਹਨਾਂ ਲੋਕਾਂ ਨੇ ਜਾਣ ਬੁੱਝ ਕੇ ਰੌਲਾ ਪਾ ਕੇ ਕਿ ਜੀ ਬਰਨਾਲਾ ਸਾਹਿਬ ਦੀ ਤਾਂ ਦਾੜੀ ਬੰਨੀ ਹੋਈ ਹੈ, ਉਹਨਾਂ ਦੀ ਦਾੜੀ ਵੀ ਖਿਲਾਤੀ। ਉਹ ਤਾਂ ਉਮਰ ਮੁੜ ਕੇ ਖੁੱਲ੍ਹੀ ਦਾੜੀ ਨਾਲ ਰਹਿੰਦੇ ਰਹੇ ਨੇ। ਸ਼ਾਇਦ ਮੈਨੂੰ ਨਹੀਂ ਪਤਾ ਤੁਸੀਂ ਉਹਨਾਂ ਦੇ ਪੁਰਾਣੀਆਂ ਫੋਟੋਆਂ ਕਿਤੇ ਦੇਖੀਆਂ ਹੁਣ ਬੰਨੀਆਂ ਦਾੜੀ ਵਾਲੀਆਂ ਨਹੀਂ। ਬਰਨਾਲਾ ਸਾਹਿਬ ਦੀ ਪਰਸਨੈਲਿਟੀ ਬੜੀ ਫੌਜੀਆਂ ਵਾਂਗੂ, ਅਮਰਿੰਦਰ ਸਿੰਘ ਵਾਂਗੂ ਦਾੜੀ ਚਾੜ ਕੇ ਰੱਖਦੇ ਸੀ ਉਹ, ਪੁੱਟੀ ਬੜੀ ਸੋਹਣੀ ਦਾੜੀ ਸੀ ਉਹਨਾਂ ਦੀ। ਚਲੋ ਹੁਣ ਕੀ ਹੋਇਆ ਕਿ ਉਸ ਤੋਂ ਬਾਅਦ ਜਦੋਂ ਬਾਦਲ ਸਾਹਿਬ ਪ੍ਰਧਾਨ ਬਣੇ, ਝੂਠੇ ਸੱਚੀ ਉਹਨਾਂ ਨੇ ਵੀ ਦਾੜੀ ਜੀ ਖੋਲ੍ਹ ਲਈ। ਇਹ ਪਹਿਲਾ ਪ੍ਰਧਾਨ ਹੈ ਜਿਹੜਾ ਨਾ ਤਾਂ ਉਸ ਤਰ੍ਹਾਂ ਦਾ ਸਿੱਖਾਂ ਦਾ ਪ੍ਰਤੀਨਿਧ ਲੱਗਦਾ ਹੈ ਜਿੱਦਾਂ ਦਾ ਲੱਗਣਾ ਚਾਹੀਦਾ ਹੁੰਦਾ, ਟਰਡੀਸ਼ਨਲੀ ਜਿਹੜਾ ਲੱਗਦਾ ਹੁੰਦਾ। ਇੱਥੋਂ ਤੱਕ ਵੀ ਆਇਆ ਕਿ ਜਦੋਂ ਬਾਦਲ ਸਾਹਿਬ ਦੀ ਟੌੜਾ ਸਾਹਿਬ ਨਾਲ ਕੁਛ ਵਿਗੜੀ, ਉਹਨਾਂ ਨੇ ਵੀ ਇਸ ਤਰ੍ਹਾਂ ਲੱਭਿਆ ਕਿ ਹੁਣ ਸਾਨੂੰ SGPC 'ਚ ਜਾਂ ਮੂਹਰੇ ਕੋਈ ਇਸ ਤਰ੍ਹਾਂ ਦਾ ਬੰਦਾ ਲਾ ਦੇਣਾ ਚਾਹੀਦਾ ਜਿਹਦੇ ਨਾਂ ਨਾਲ ਸੰਤ ਲੱਗਦਾ ਹੋਵੇ। ਉਹ ਅਨੰਦਪੁਰ ਸਾਹਿਬ ਤੋਂ ਇੱਕ ਸੰਤ ਅਜੀਤ ਸਿੰਘ ਸੀਗੇ, ਉਹਨਾਂ ਨੂੰ ਵੀ ਲਾ ਕੇ ਰੱਖਿਆ। ਹਾਂ, ਮਤਲਬ ਇਹ ਜਿਹੜੇ ਬਲਬੀਰ ਸਿੰਘ ਘੁਣਸ ਸੀ, ਇਹਦੇ ਨਾਲ ਵੀ ਪਹਿਲਾਂ ਸੰਤ ਲੱਗਦਾ ਸੀ, ਇਸ ਕਰਕੇ ਇੱਕ ਵਾਰੀ ਇਹਦਾ ਨਾਮ ਵੀ ਚੱਲਿਆ ਵੀ ਇਹਨੂੰ ਵੀ ਆਪਾਂ ਮਤਲਬ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਲਈਏ, ਤਾਂ ਕਿ ਉਹ ਬੰਦੇ ਦੀ ਦਿੱਖ, ਉਹ ਬੰਦੇ ਦਾ ਔਰਾ, ਉਹ ਬੰਦੇ ਦੀ ਐਕਸੈਪਟੈਂਸ ਪਬਲਿਕ ਦੇ ਵਿੱਚ ਇਮੇਜ ਸਿੱਖੀ ਵਾਲਾ ਹੋਵੇ, ਜਿਹੜਾ ਕਿ ਪਹਿਲਾਂ ਇਸ ਤਰ੍ਹਾਂ ਰਿਹਾ, ਬਹੁਤ ਰਿਹਾ ਇੱਦਾਂ ਕਿ ਚਾਹੇ ਉਹ ਸੰਤ ਚੰਨਣ ਸਿੰਘ ਸੀਗੇ, ਚਾਹੇ ਟੌੜਾ ਸਾਹਿਬ ਸੀ, ਚਾਹੇ ਬਣਾਇਆ ਗਿਆ ਜਾਂ ਬਣਿਆ ਹੋਇਆ, ਉਹਨਾਂ ਦਾ ਇਮੇਜ ਇਹ ਸੀ ਵੀ ਇਹ ਸਿੱਖੀ ਦੇ ਪ੍ਰਤੀਨਿਧ ਨੇ, ਸਿੱਖੀ ਦੀ ਗੱਲ ਕਰਦੇ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੋਵੇਂ ਜਿੰਨਾ ਮਰਜ਼ੀ ਭਾਸ਼ਣ ਕਰਨ, ਤੁਸੀਂ ਦੇਖੋ ਕਦੇ ਵੀ ਉਹ ਗੁਰਬਾਣੀ ਦੀ ਤੁਕ ਦਾ ਸਹਾਰਾ ਨਹੀਂ ਲੈਂਦੇ,
ਜਿਹਦੇ ਨਾਲ ਉਹਨਾਂ ਦਾ ਇਹ ਇਮੇਜ ਪਬਲਿਕ 'ਚ ਨਹੀਂ ਜਾਂਦਾ। ਸੁਖਬੀਰ ਬਾਦਲ ਜੀ ਦਾ ਤਾਂ ਇਹ ਵੀ ਡਰ ਰਹਿੰਦਾ ਵੀ ਕਿਤੇ ਆਏ ਨਾ ਹੋਵੇ। ਇੱਕ ਵਾਰੀ ਮਜੀਠੀਆ ਸਾਹਿਬ ਨੇ ਇੱਕ ਤੁਕ ਵਰਤ ਲਈ ਸੀ ਤੇ ਉਹ ਗਲਤ ਕਹੀ ਗਈ ਸੀ, ਫਿਰ ਉਹਦਾ ਇਹ ਵਿਚਾਰਨਾ ਭੁਗਤਣਾ ਪਿਆ। ਇਸ ਤਰ੍ਹਾਂ ਦਾ ਵੀ ਡਰ ਲੱਗਦਾ ਇਹਨਾਂ ਨੂੰ। ਤਾਂ ਮੇਰਾ ਖਿਆਲ ਹੈ ਧਾਲੀਵਾਲ ਸਾਹਿਬ ਇੱਕ ਮੈਂ ਹੋਰ ਜੀ, ਜਦੋਂ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਵੀ ਚੱਲੀ ਸੁਖਬੀਰ ਸਿੰਘ ਬਾਦਲ ਤੇ ਕਿ ਉਹਨਾਂ ਨੇ ਸ੍ਰੀ ਸਾਹਿਬ ਨਹੀਂ ਪਾਈ ਹੋਈ, ਤੁਹਾਡੇ ਯਾਦ ਸ੍ਰੀ ਸਾਹਿਬ ਕਿਰਪਾਨ ਇਹਨਾਂ ਚੀਜ਼ਾਂ ਦੇ ਉਹ ਨੇੜੇ ਤੇੜੇ ਨਹੀਂ ਹੈਗੇ। ਉਹਨਾਂ ਦਾ ਇਮੇਜ ਹੀ ਨਹੀਂ ਹੈਗਾ। ਮਤਲਬ ਉਹ ਸ਼ਕਲ ਹੋ ਸਕਦਾ ਹੈ, ਮੇਰਾ ਕੋਈ ਮਤਲਬ ਨਹੀਂ ਕਿ ਮੈਂ ਜਾਤੀ ਕਿਸੇ ਦੀ ਆਜ਼ਾਦੀ 'ਚ ਦਖਲ ਦੇਵਾਂ। ਚਾਹੇ ਉਹ ਪਾਠ ਕਰਦੇ ਹੋਣ, ਚਾਹੇ ਉਹ ਡੇਲੀ ਗੁਰਦੁਆਰਾ ਸਾਹਿਬ ਜਾਂਦੇ ਹੋਣ, ਚਾਹੇ ਉਹ ਆਪਦੇ ਘਰ ਪ੍ਰਕਾਸ਼ ਕਰਦੇ ਹੋਣ, ਪਰ ਜਨਤਾ ਦੇ ਵਿੱਚ ਉਹਨਾਂ ਦਾ ਇਮੇਜ ਇਹ ਬਿਲਕੁਲ ਨਹੀਂ ਹੈਗਾ ਵੀ ਇਹ ਸਿੱਖੀ ਦੇ ਨੇੜੇ ਤੇੜੇ ਨੇ। ਟੌੜਾ ਸਾਹਿਬ ਨੂੰ ਮੈਂ ਨੇੜੇ ਤੋਂ ਜਾਣਦਾ, ਉਹਨਾਂ ਨਾਲ ਮੇਰੇ ਬਹੁਤ ਮਤਲਬ ਨੇੜੇ ਤੋਂ ਮੈਂ ਤੱਕਿਆ ਉਹਨਾਂ ਨੂੰ। ਉਹਨਾਂ ਦਾ ਇਹ ਸੀ ਕਿ ਪੱਕਾ ਸੀ ਉਹਨਾਂ ਦਾ ਕਿ ਜੇ ਉਹਨਾਂ ਨੇ ਅੰਮ੍ਰਿਤਸਰ ਵੱਲ ਨੂੰ ਜਾਣਾ ਟੌੜੇ ਤੋਂ ਤਾਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਉਹਨਾਂ ਨੇ ਜਾਣਾ ਹੀ ਜਾਣਾ ਹੈ ਸਵੇਰੇ। ਜੇ ਉਹਨਾਂ ਨੇ ਉਰਲੀ ਸਾਈਡ ਜਾਣਾ ਹੈ ਤਾਂ ਉਹਨਾਂ ਨੇ ਪਟਿਆਲੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਜਾਣਾ ਹੀ ਜਾਣਾ ਹੈ। ਅਤੇ ਜਿਹਨੇ ਮਿਲਣਾ ਵੀ ਹੁੰਦਾ ਸੀ ਉਹਨਾਂ ਨੂੰ ਵੀ ਪੱਕਾ ਪਤਾ ਹੁੰਦਾ ਸੀ ਕਿ ਅੱਜ ਇੱਧਰ ਜਾਣਾ, ਇੱਥੇ ਤਾਂ ਆਉਣਗੇ ਉਹ। ਮਤਲਬ ਉਹਨਾਂ ਦਾ ਸ਼ਾਮ ਸਵੇਰੇ ਦਾ ਇਹ ਰੂਟੀਨ ਸੀ ਔਰ ਸਭ ਜਨਤਾ ਨੂੰ ਇਹ ਪਤਾ ਸੀ ਕਿ ਸਾਜਰੇ ਉੱਠਦੇ ਨੇ। ਮੈਂ ਦੇਖਿਆ ਟੌੜੇ ਪਿੰਡ 4 ਵਜੇ ਭੀੜ ਲੱਗ ਜਾਂਦੀ ਤੇ ਫਿਰ ਜਾ ਕੇ ਪਤਾ ਲੱਗਣਾ ਕਿ ਹਾਲੇ ਉਹ ਨਿਤਨੇਮ ਕਰ ਰਹੇ ਨੇ ਜੀ। ਮਤਲਬ ਇਹਨਾਂ ਦਾ ਇਹ ਜਿਹੜਾ ਸਿੱਖੀ ਸਰੂਪ ਹੈ, ਇਹ ਸਿੱਖ ਪਰੰਪਰਾਵਾਂ ਨੇ, ਇਹਨਾਂ ਦੇ ਨੇੜੇ ਤੇੜੇ ਦੀ ਕਦੇ ਲੰਘੀਆਂ ਨਹੀਂ ਉਹ। ਹਾਂ ਹੋ ਸਕਦਾ ਕਰਦੇ ਹੁਣ, ਮੈਂ ਨਹੀਂ ਇਹ ਗੱਲ ਮੇਰਾ ਹੱਕ ਨਹੀਂ ਕਿ ਮੈਂ ਉਹਨਾਂ 'ਤੇ ਇਤਰਾਜ਼ ਕਰਾਂ, ਪਰ ਜਨਤਾ ਦੇ ਵਿੱਚ ਉਹਨਾਂ ਦਾ ਇਹ ਇਮੇਜ ਨਹੀਂ। ਪਹਿਲਾ ਇਤਰਾਜ਼ ਤਾਂ ਇਹਨਾਂ ਦੇ ਉੱਪਰ ਇਹ ਹੈ ਕਿ ਇਹ ਅੱਜ ਕੱਲ੍ਹ ਪਰਸੋਂ ਜਦੋਂ ਮਰਜ਼ੀ ਇਹ ਮੁੱਦਾ ਉੱਠਣਾ ਹੀ ਸੀ। ਦੂਸਰਾ, ਉਹਨਾਂ ਨੇ ਸ਼੍ਰੋਮਣੀ ਕਮੇਟੀ 'ਤੇ ਜਿਹੜਾ ਕਬਜ਼ਾ ਕਰਕੇ ਜਿਸ ਕਿਸਮ ਦੇ ਫੈਸਲੇ ਲਏ ਤੇ ਉਹ ਫੈਸਲੇ ਬਾਰ-ਬਾਰ ਪੁੱਠੇ ਪੈਂਦੇ ਗਏ ਤੇ ਜਿਸ ਕਿਸਮ ਨਾਲ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਵਰਤਿਆ, ਮੈਨੂੰ ਇਸ ਕਹਿਣ 'ਚ ਕਿਤੇ ਕੁਤਾਹੀ ਨਹੀਂ ਹੋਏਗੀ ਕਿ ਸਿਰਫ ਬਦੰਤੀ ਜੀ ਦਾ ਇੱਕ ਇਮੇਜ ਸੀ ਬਾਦਲਾਂ ਮਿਲੇ, ਜਿਨ੍ਹਾਂ ਦਾ ਐਂ ਲੱਗਦਾ ਸੀ ਕਿ ਇਹ ਪਰੰਪਰਾਵਾਦੀ ਜਥੇਦਾਰ ਹੈਗੇ ਨੇ, ਇਹਨਾਂ ਨੂੰ ਉਹ ਚੀਜ਼ਾਂ ਦਾ ਗਿਆਨ ਹੈ। ਬਾਕੀ ਜਥੇਦਾਰਾਂ 'ਤੇ ਮਤਲਬ ਮੇਰੀ ਜੱਜਮੈਂਟ ਇਹ ਹੈ ਕਿ ਉਹਨਾਂ ਦਾ ਇਮੇਜ ਜਥੇਦਾਰਾਂ ਵਰਗਾ ਨਹੀਂ ਸੀ, ਅਕਾਲ ਤਖਤ ਦੇ ਜਥੇਦਾਰਾਂ ਵਰਗਾ। ਅਤੇ ਉਹ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਉਲਝਦੇ ਰਹੇ ਜਾਂ ਉਹਨਾਂ ਨੂੰ ਉਲਝਾਇਆ ਗਿਆ ਸਿਆਸਤ ਦੇ ਵਿੱਚ। ਇਹਨਾਂ ਚੀਜ਼ਾਂ ਦਾ ਵਿਰੋਧ ਹੋਣਾ ਹੀ ਸੀ। ਹੁਣ ਆਪਾਂ ਆਈਏ ਸਿਆਸਤ ਵਾਲੇ ਪੱਖ 'ਤੇ। ਸਿਆਸਤ ਵਾਲੇ ਪੱਖ 'ਤੇ ਇਹ ਸੀ ਕਿ ਜਦੋਂ ਵੀ ਕਦੇ ਹਾਰ ਹੁੰਦੀ ਹੈ, ਕਦੇ ਜਿੱਤ ਹੁੰਦੀ ਹੈ, ਉਹਦੀ ਜ਼ਿੰਮੇਵਾਰੀ ਲੀਡਰਾਂ ਨੂੰ ਲੈਣੀ ਪੈਂਦੀ ਹੈ, ਝੂਠੀ ਸੱਚੀ। ਇਹ ਕਹਿ ਕੇ ਕਿ ਜ਼ਿੰਮੇਵਾਰੀ ਮੈਂ ਲੈਣਾ, ਉਹਦਾ ਮੈਂ ਕੋਈ ਛੱਡਣਾ ਨਹੀਂ। ਅਤੇ ਦੂਜੇ ਪਾਸੇ ਹੁਣ ਕਰੰਟ ਸਿਚੁਏਸ਼ਨ ਕੀ ਹੋਈ ਕਿ ਜਦੋਂ ਤੋਂ ਬੀਜੇਪੀ ਨਾਲ ਹਾਲਾਤ ਵਿਗੜੇ ਨੇ, ਸਭ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਉਹ ਦਿੱਲੀ ਵਾਲੇ ਪ੍ਰਧਾਨ ਸੀ, ਜੀਕੇ ਨੂੰ ਹਟਾਇਆ ਤਾਂ ਉਹ ਸਮਝਿਆ ਗਿਆ ਕਿ ਬਾਦਲਾਂ ਨੇ ਹਟਾਇਆ। ਜਿਹੜਾ ਨਵਾਂ ਬਣਾਇਆ ਸਿਰਸਾ, ਉਹ ਸਮਝਿਆ ਗਿਆ ਕਿ ਬਾਦਲਾਂ ਨੇ ਬਣਾਇਆ। ਜਦੋਂ ਹਰ ਇੱਕ ਚੀਜ਼ ਉਹਨਾਂ ਨੇ ਬਣਾਈ ਹੈ ਤੇ ਉਹੀ ਛੱਡ ਕੇ ਪਲਟੀਆਂ ਮਾਰ ਰਹੇ ਨੇ, ਤਾਂ ਇਹਦਾ ਮਤਲਬ ਤਾਂ ਫਿਰ ਹੋਰ ਕੌਣ ਭੁਗਤੇ? ਇਹ ਉਹਨਾਂ ਨੇ ਭੁਗਤਣਾ ਸੀ ਨਾ। ਜਿਸ ਕਿਸਮ ਨਾਲ ਹੁਣ ਸਰਸਾ ਬੋਲ ਰਿਹਾ ਹੈ, ਠੀਕ ਹੈ ਕਿ ਨਹੀਂ? ਮਤਲਬ ਸਰਸਾ ਜੀ ਦੇ ਇਹ ਬਿਆਨ ਸੀ ਵੀ ਤੁਸੀਂ ਕੀ ਸਮਝਦੇ ਹੋ, ਅਸੀਂ ਬੀਜੇਪੀ ਦੇ ਥੱਲੇ ਲੱਗ ਜਾਂਗੇ, ਇਹੋ ਜਿਹੇ ਸ਼ਬਦ ਵਰਤਦੇ ਸੀ। ਪਰ ਉਸ ਤੋਂ ਬਾਅਦ ਜੋ ਕੁਛ ਹੋਇਆ ਤੁਹਾਡੇ ਸਾਹਮਣੇ ਹੈ। ਹੁਣ ਜਦੋਂ ਬਾਕੀ ਲੀਡਰ ਕਹਿੰਦੇ ਨੇ, ਜਿਨ੍ਹਾਂ ਨੂੰ ਉਦੋਂ ਤਵੱਜੋ ਨਹੀਂ ਦਿੱਤੀ ਗਈ, ਜਿਨ੍ਹਾਂ ਦਾ ਉਦੋਂ ਸਿੱਖ ਸਿਆਸਤ 'ਤੇ ਸਿੱਖ ਵੋਟਰ 'ਤੇ ਕੋਈ ਅਸਰ ਸੀ, ਉਹਨਾਂ ਨੂੰ ਤਵੱਜੋ ਨਹੀਂ ਦਿੱਤੀ ਗਈ, ਨੇਚਰਲੀ ਉਹਨਾਂ ਨੇ ਇਹ ਰੋਸ ਤਾਂ ਕਰਨਾ ਹੀ ਹੈ ਨਾ ਕਿ ਜੀ ਫਿਰ ਕੀ ਕਰੋ। ਫਿਰ ਉਹ ਤੇ ਪਰਦਾ ਪਾਉਣ ਲਈ ਇੱਕ ਕਮੇਟੀ ਬਣਾਈ। ਕਮੇਟੀ ਦੀ ਰਿਪੋਰਟ ਫਿਰ ਆਈ ਗਈ ਕਰਤੀ। ਉਹ ਅੱਧੀ ਦੱਸਦੇ ਨੇ, ਹਲੇ ਵੀ ਅੱਧੀ ਪੂਰੀ ਨਹੀਂ ਦੱਸਦੇ। ਜੇ ਉਹਨੂੰ ਕਹਿੰਦੇ ਨੇ ਵੀ ਤੁਸੀਂ ਇਹਨੂੰ ਪੂਰੀ ਤਰ੍ਹਾਂ, ਕਮਾਲ ਦੀ ਗੱਲ ਇਹ ਹੈ ਵੀ ਦੋ ਧਿਰਾਂ ਨੇ, ਬਾਦਲ ਜਿਹੜਾ ਸੁਖਬੀਰ ਬਾਦਲ ਦੇ ਨਾਲ ਲੱਗਿਆ ਹੋਇਆ ਤੁਹਾਡਾ ਅਕਾਲੀ ਦਲ ਦਾ, ਹੁਣ ਉਹ ਕਹਿ ਰਿਹਾ ਝੁੰਦਾ ਰਿਪੋਰਟ ਪੂਰੀ ਤਰ੍ਹਾਂ ਲਾਗੂ ਕੀਤੀ ਜਾਏਗੀ। ਜਿਹੜਾ ਥੋੜ੍ਹਾ ਜਿਹਾ ਬਾਗੀ ਧੜਾ ਹੈ, ਹਾਲੇ ਤਾਂ ਉਹ ਬਾਦਲ ਦਲ 'ਚ ਹੀ ਹੈ, ਜਿਸ 'ਚ ਚੰਦੂ ਮਾਜਰਾ ਜੀ ਹੁਣੀ ਵੀ ਨੇ, ਉਹ ਵੀ ਕਹਿੰਦੇ ਨੇ ਕਿ ਉਹਦੀ ਰਿਪੋਰਟ ਲਾਗੂ ਕਰੋ। ਸਾਨੂੰ ਤਾਂ ਸਮਝ ਨਹੀਂ ਲੱਗਦੀ ਵੀ ਉਹਦੀ ਰਿਪੋਰਟ ਕੀ ਹੈ ਜਿਹੜੀ ਦੋਨੇ ਮੰਗ ਕਰਦੇ ਨੇ। ਮਤਭੇਦ ਇਸ ਗੱਲ 'ਤੇ ਨੇ ਕਿ ਰਿਪੋਰਟ ਲਾਗੂ ਕਰੋ। ਜਨਤਕ ਕਰਦੇ ਨਹੀਂ, ਦੋਨੇ ਦੱਸਦੇ ਨਹੀਂ ਵੀ ਉਹ ਰਿਪੋਰਟ 'ਚ ਕੀ ਹੈ। ਇੱਕ ਇਹ ਦੱਸਦੇ ਨੇ ਵੀ ਮਤਲਬ ਜੀ ਉਹ 'ਚ ਕੋਈ ਕੁਛ ਤਬਦੀਲੀਆਂ ਕਰਨ ਲਈ ਕਿਹਾ ਗਿਆ, ਅਸੀਂ ਕਰਾਂਗੇ। ਦੂਜੇ ਇਹ ਦੱਸਦੇ ਨੇ ਵੀ ਉਹ 'ਚ ਲੀਡਰਸ਼ਿਪ ਤਬਦੀਲੀ ਦੀ ਗੱਲ ਹੈ। ਖੈਰ ਉਹ ਚੀਜ਼ ਬਾਹਰ ਉੱਦਾਂ ਤਾਂ ਆਈ ਗਈ, ਜਨਤਾ ਨੂੰ ਸਾਰਾ ਪਤਾ ਲੱਗ ਗਿਆ ਕਿ ਝੁੰਦਾ ਕਮੇਟੀ 'ਚ ਕੀ ਹੈ, ਲੇਕਿਨ ਔਥੈਂਟਿਕ ਤੌਰ 'ਤੇ, ਪ੍ਰਮਾਣਿਕ ਤੌਰ 'ਤੇ ਨਹੀਂ ਆਇਆ। ਜਾਂ ਤਾਂ ਝੁੰਦਾ ਖੁਦ ਦੱਸੇ ਕਿ ਕਮੇਟੀ 'ਚ ਕੀ ਹੈ, ਜਾਂ ਉਹ ਜਨਤਕ ਕਰ ਦੇਣ। ਕਿਸ ਗੱਲ ਨੂੰ ਲੈ ਕੇ ਰੌਲਾ ਪਿਆ ਸੀ? ਚੰਦੂ ਮਹਿਰਾ ਸਾਹਿਬ ਕਹਿੰਦੇ ਸੀ ਕਿ ਵੀ ਸਿੱਧੀ ਕੋਰ ਕਮੇਟੀ ਦੇ ਵਿੱਚ ਡਿਸਕਸ ਨਹੀਂ ਕਰਨੀ ਚਾਹੀਦੀ। ਮੈਂ ਉਸ ਗੱਲ 'ਤੇ ਆ ਰਿਹਾ। ਇਸ ਗੱਲ ਤੋਂ ਜਦੋਂ ਕੁਛ ਲੱਗਿਆ ਕਿ ਥੋੜ੍ਹਾ ਘੁਸਰ ਮੁਸਰ
ਸੁਖਬੀਰ ਬਾਦਲ ਕੋਲ ਪਹੁੰਚੀ ਕਿ ਕੁਝ ਨੇਤਾ ਬਗਾਵਤੀ ਸੁਰ ਵਿੱਚ ਨੇ ਕਿ ਉਹ ਕੋਈ ਵੱਡੀ ਇਹੀ ਜੀ ਨੀਤੀਗਤ ਸਟੇਟਮੈਂਟ ਨਾ ਦੇ ਦੇਣ, ਕੋਈ ਜਾਰੀ ਕਰ ਦੇਣ ਪ੍ਰੈਸ ਨੂੰ ਕਿ ਜੀ ਅਸੀਂ ਤਾਂ ਇਹਨੂੰ ਪ੍ਰਧਾਨ ਹੀ ਨਹੀਂ ਮੰਨਦੇ। ਉਸ ਤੋਂ ਪਹਿਲਾਂ ਉਹਨੇ ਸਾਰਾ ਢਾਂਚਾ ਭੰਗ ਕਰਤਾ ਵੀ ਤਾਂ ਕਿ ਕੋਈ ਕਲੇਮ ਹੀ ਨਾ ਕਰ ਸਕੇ ਕਿ ਮੈਂ ਵਾਈਸ ਪ੍ਰਧਾਨ ਹਾਂ, ਜਾਂ ਮੈਂ ਜਨਰਲ ਸੈਕਟਰੀ ਹਾਂ, ਜਾਂ ਮੈਂ ਛੋਟਾ ਸੈਕਟਰੀ ਹਾਂ, ਜਾਂ ਮੈਂ ਪ੍ਰੈਸ ਸੈਕਟਰੀ ਹਾਂ, ਜਾਂ ਮੈਂ ਸਪੋਕਸ ਪਰਸਨ ਹਾਂ। ਉਹ ਸਾਰਾ ਢਾਂਚਾ ਭੰਗ ਕਰਤਾ। ਕਮਾਲ ਦੀ ਗੱਲ ਇਹ ਹੈ ਵੀ ਜਦੋਂ ਸਾਰਾ ਢਾਂਚਾ ਭੰਗ ਕਰਤਾ, ਉਹ ਢਾਂਚਾ ਭੰਗ ਕਰਕੇ ਦੇਖੋ, ਇਹ ਢਾਂਚੇ ਜਿਹੜੇ ਭੰਗ ਹੁੰਦੇ ਨੇ ਨਾ, ਇਹਦਾ ਮਤਲਬ ਇਹ ਹੁੰਦਾ ਹੈ ਕਿ ਪ੍ਰਧਾਨ ਨੂੰ ਜਾਂ ਤਾਂ ਉਹੀ ਕਹਿਣ, ਹੇਠਾਂ ਤੋਂ ਪਾਰਟੀ ਇੱਕ ਡਿਸੀਜਨ ਲਵੇ ਕਿ ਪ੍ਰਧਾਨ ਨੂੰ ਫਰੀ ਹੈਂਡ ਦੇ ਦਿਓ, ਉਹ ਹੁਣ ਦੁਬਾਰੇ ਢਾਂਚਾ ਖੜਾ ਕਰ ਲੇ। ਇੱਦਾਂ ਦੀ ਕੋਈ ਗੱਲ ਨਹੀਂ ਆਈ, ਪ੍ਰਧਾਨ ਨੇ ਆਪੇ ਢਾਂਚਾ ਖੜਾ ਕਰ ਲਿਆ ਅਤੇ ਢਾਂਚਾ ਖੜਾ ਕਰਕੇ ਕਹਿੰਦਾ ਵੀ ਹਾਲੇ ਢਾਂਚਾ ਆਪਾਂ ਬਣਾਉਣਾ ਹੀ ਨਹੀਂ। ਕਿਉਂ ਨਹੀਂ ਬਣਾਉਣਾ? ਤਾਂ ਕਿ ਮੇਰਾ ਵਿਰੋਧ ਨਾ ਹੋ ਜੇ। ਗੱਲ ਤਾਂ ਆ ਸੀ, ਪਰੰਤੂ ਉਹ ਢਾਂਚੇ ਨੂੰ ਕਿੰਨੀ ਦੇਰ ਰੱਖ ਸਕਦੇ ਹੋ? ਹੁਣ ਉਹ ਕਰਤਾ ਜੀ ਕਿ ਤੁਸੀਂ ਹੁਣ ਇੱਕ ਅਨੁਸ਼ਾਸਨੀ ਕਮੇਟੀ ਬਣਾਤੀ। ਇਹਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੋ। ਅਕਾਲੀ ਦਲ ਭੰਗ ਹੋ ਗਿਆ, ਅਕਾਲੀ ਦਲ ਦਾ ਸਿਰਫ ਇੱਕ ਪ੍ਰਧਾਨ ਹੈ, ਬਾਕੀ ਸਾਰੇ ਵਰਕਰ ਨੇ। ਹੁਣ ਨਾ ਕੋਈ ਜ਼ਿਲ੍ਹਾ ਪ੍ਰਧਾਨ ਹੈ, ਨਾ ਕੋਈ ਸੈਕਟਰੀ ਹੈ, ਨਾ ਕੋਈ, ਮਤਲਬ ਜੇ ਮੰਨ ਲਓ ਅਕਾਲੀ ਦਲ ਕਹਿੰਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ 20 ਲੱਖ ਵਰਕਰ ਨੇ, 25 ਲੱਖ ਵਰਕਰ ਨੇ, ਹੁਣ ਇਕੱਲੇ ਇਕੱਲੇ ਵਰਕਰ ਦੀ ਮਤਲਬ ਇਹ ਦੇਖਣਗੇ ਅਨੁਸ਼ਾਸਨ ਵੀ ਉਹ ਕੀ ਕਰਦੇ ਨੇ, ਵਰਕਰਾਂ 'ਤੇ ਐਕਸ਼ਨ ਲਿਆ ਜਾਏਗਾ। ਚਾਹੇ ਹੁਣ ਉਹ ਚੰਦੂ ਮਾਜਰਾ ਜੀ ਹੋਣ, ਚਾਹੇ ਉਹ ਕਾਲੋ ਸਾਹਿਬ ਹੋਣ, ਚਾਹੇ ਜਗਮੀਤ ਬਰਾੜ ਹੋਣ, ਚਾਹੇ ਭੂੰਦੜ ਸਾਹਿਬ ਹੋਣ, ਜਿਹੜੇ ਵੀ ਅਕਾਲੀ ਦਲ ਦੇ ਮੈਂਬਰ ਨੇ, ਹੁਣ ਤਾਂ ਉਹ ਸਿੰਪਲ ਮੈਂਬਰ ਨੇ ਨਾ, ਅਹੁਦੇਦਾਰ ਤਾਂ ਕੋਈ ਹੈ ਹੀ ਨਹੀਂ। ਅਤੇ ਅਨੁਸ਼ਾਸਨੀ ਕਮੇਟੀ ਕਿਹਦੇ 'ਤੇ ਕੰਮ ਕਰੇਗੀ? ਹੁਣ ਅਨੁਸ਼ਾਸਨੀ ਕਮੇਟੀ ਦੀ ਸੁਰ ਕੁਛ ਤਾਂ ਬਣਦੀ ਹੈ ਜੇ ਉਹ ਸਾਰੇ ਵਰਕਰਾਂ ਨੂੰ ਅਹੁਦੇ ਦੇ ਕੇ ਉਹਨਾਂ ਨੂੰ ਕੰਮ ਸੰਭਾਲੇ ਜਾਣ। ਫਿਰ ਹੁਣ ਤਾਂ ਅਨੁਸ਼ਾਸਨੀ ਕਮੇਟੀ ਇੱਕੋ ਹੀ ਗੱਲ ਦੇਖ ਸਕਦੀ ਹੈ ਵੀ ਕੀ ਤੁਸੀਂ ਅਕਾਲੀ ਹੋ ਜਾਂ ਨਹੀਂ ਹੋ, ਅਦਰਵਾਈਜ਼ ਕੰਮ ਕਿਵੇਂ ਪਤਾ ਲੱਗੇਗਾ ਕਿਹੜੇ ਅਨੁਸ਼ਾਸਨ 'ਚ ਰਹਿ ਕੇ ਕੰਮ ਕਰਨਾ ਹੈ? ਅਨੁਸ਼ਾਸਨ ਦਾ ਹੀ ਹੈ ਜਿਹੜਾ ਸੁਖਬੀਰ ਬਾਦਲ ਦਾ ਵਿਰੋਧ ਕਰੂਗਾ। ਨਹੀਂ, ਫਿਰ ਇਹ ਕਿਹੜਾ ਅਨੁਸ਼ਾਸਨ ਹੋਇਆ? ਅਨੁਸ਼ਾਸਨੀ ਕਮੇਟੀ ਦਾ ਕੰਮ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਜ਼ਿਲ੍ਹਾ ਪ੍ਰਧਾਨ ਹੈ ਉਹ ਆਪਣੇ ਜ਼ਿਲ੍ਹੇ ਪ੍ਰਧਾਨ ਦੀ ਸੀਮਾ 'ਚ ਕੰਮ ਕਰੇ, ਜਿਹੜਾ ਬੰਦਾ ਕੋਰ ਕਮੇਟੀ ਦਾ ਮੈਂਬਰ ਹੈ ਉਹ ਉਸ ਕਮੇਟੀ ਦੀ ਸੀਮਾ 'ਚ ਕੰਮ ਕਰੇ, ਜਿਹੜਾ ਬੰਦਾ ਵਾਈਸ ਪ੍ਰਧਾਨ ਹੈ ਉਹ ਵਾਈਸ ਪ੍ਰਧਾਨ ਦੀ ਸੀਮਾ 'ਚ ਕੰਮ ਕਰੇ। ਅਨੁਸ਼ਾਸਨੀ ਕਮੇਟੀ ਦਾ ਕੰਮ ਇਹ ਹੈ, ਨਾ ਕਿ ਅਨੁਸ਼ਾਸਨੀ ਕਮੇਟੀ ਦਾ ਕੰਮ ਇਹ ਹੈ ਕਿ ਉਹ ਇਕੱਲੇ ਇਕੱਲੇ ਵਰਕਰ ਨੂੰ ਚੈੱਕ ਕਰੇ ਕਿ ਹਾਂ ਜੀ ਦੱਸੋ ਤੂੰ ਅਕਾਲੀ ਹੈ ਕਿ ਨਹੀਂ। ਹੁਣ ਤਾਂ ਪੋਜੀਸ਼ਨ ਇਹ ਹੋ ਗਈ, ਅਕਾਲੀ ਦਲ ਸਾਰਾ ਭੰਗ ਹੋ ਗਿਆ। ਸਮਝਿਆ ਇਹ ਜਾ ਰਿਹਾ ਸੀ ਕਿ ਅਕਾਲੀ ਦਲ ਭੰਗ ਕਰਕੇ ਦੁਬਾਰੇ, ਅੱਛਾ ਦੂਸਰਾ ਇਹ ਹੋਇਆ ਕਿ ਇਸ ਗੱਲ ਦੇ ਵਿੱਚ ਬਾਰ-ਬਾਰ ਅਕਾਲ ਤਖਤ ਜਥੇਦਾਰ ਨੂੰ ਫਸਾਇਆ ਜਾ ਰਿਹਾ ਹੈ। ਉਹ ਤੋਂ ਇੱਦਾਂ ਦੀਆਂ ਸਟੇਟਮੈਂਟਸ, ਸਮਝੇ ਪਰਸੈਪਸ਼ਨ ਇਹ ਬਣ ਰਹੀ ਹੈ ਕਿ ਉਹ ਤੋਂ ਇੱਦਾਂ ਦੀਆਂ ਸਟੇਟਮੈਂਟਸ ਜਾਰੀ ਕਰਾਈਆਂ ਜਾ ਰਹੀਆਂ ਨੇ ਜਿਹਦੇ ਨਾਲ ਸਿੱਧਾ ਸਿੱਧਾ ਇਹ ਲੱਗਦਾ ਹੈ ਕਿ ਬਾਦਲ ਦਲ ਨੂੰ ਖਤਰਾ ਹੈ। ਜੇਕਰ ਸਾਰੇ ਅਕਾਲੀ ਦਲਾਂ ਨੂੰ ਇਕੱਠਾ ਕਰਿਆ ਜਾਵੇ, ਸਿੱਖ ਸੋਚ ਨੂੰ ਇਕੱਠਾ ਕਰਿਆ ਜਾਵੇ, ਜਾਂ ਤਾਂ ਉਹਦੇ ਵਿੱਚ ਇਹ ਕਹਿੰਦੇ ਨਾ ਸੁਖਬੀਰ ਬਾਦਲ ਵੀ ਰਿਜ਼ਾਈਨ ਕਰ ਦਿੰਦੇ, ਫਿਰ ਕੋਈ ਜਥੇਦਾਰ ਕਹਿੰਦੇ ਕਿ ਹੁਣ ਇਹਦੇ ਵਿੱਚੋਂ ਸਾਰੇ ਅਕਾਲੀ ਦਲ ਇਕੱਠੇ ਹੋ ਕੇ ਭਾਈ ਕੋਈ ਹੋਰ ਕਮੇਟੀ ਬਣਾ ਲਓ, ਇੱਕ ਕਮੇਟੀ ਨਾਲ ਕੰਮ ਚਲਾ ਲਓ। ਇਹ ਪਹਿਲਾਂ ਵੀ ਹੋਇਆ, ਜੇ ਤੁਹਾਡੇ ਯਾਦ ਹੋਵੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ ਬਾਬਾ ਜੋਗਿੰਦਰ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਫਾਦਰ ਸੀ, ਉਹਦੀ ਅਗਵਾਈ 'ਚ ਇੱਕ ਕਮੇਟੀ ਬਣੀ ਸੀ, ਪਰ ਉਹ ਚੱਲਦੀ ਨਹੀਂ ਹੁੰਦੀ ਕਈ ਵਾਰੀ, ਬਹੁਤ ਵਾਰੀ। ਹੁਣ ਵੀ ਹੋ ਸਕਦਾ ਸੀ ਉਹਦੇ ਵਿੱਚੋਂ ਫਿਰ ਫਰਦਰ ਕੋਈ ਗੱਲ ਨਿਕਲ ਆਉਂਦੀ। ਧਾਲੀਵਾਲ ਸਾਹਿਬ ਜਾਂਦੇ ਜਾਂਦੇ ਆਪਾਂ ਗੱਲ ਕਰੀਏ, ਮਤਲਬ ਸਥਿਤੀ ਕੀ ਸਮਝੀਏ? ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹਿਣਗੇ, ਵੱਡੀ ਲੌਬੀ ਜਿਹੜੀ ਅਕਾਲੀ ਦਲ ਦੀ ਇਕੱਠੀ ਹੋ ਸਕੀ ਹੈ, ਹੋਊਗੀ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ, ਤਾਲਮੇਲ ਕਿੱਦਾਂ ਬੈਠੂਗਾ ਆਪਸ ਦੇ ਵਿੱਚ ਇਹਨਾਂ ਦਾ? ਦੇਖੋ ਹੁਣ ਜਿਹੜੀ ਗੱਲ ਹੈ, ਮੈਂ ਇਹਨੂੰ ਇੱਦਾਂ ਸਮਝਦਾ ਕਿ ਹੁਣ ਦਾਅ ਪੇਚ ਚੱਲ ਰਹੇ ਨੇ। ਸੁਖਬੀਰ ਬਾਦਲ ਤੇ ਉਹਦੇ ਧੜੇ ਦਾ ਦਾਅ ਪੇਚ ਚੱਲ ਰਿਹਾ ਵੀ ਜੇ ਕਿਸੇ ਤਰ੍ਹਾਂ ਦੱਬ ਘੁੱਟ ਕਰਕੇ ਮੇਰੇ ਹੱਥ 'ਚ ਤਾਕਤ ਰਹਿ ਜੇ ਪ੍ਰਧਾਨਗੀ ਦੀ, ਤੇ ਮੈਂ ਅਕਾਲੀ ਦਲ ਨੂੰ ਬੋਝ ਬਚਾ ਕੇ ਚਲਾ ਲਾਂ। ਸਰਕਾਰਾਂ ਦੇ ਖਿਲਾਫ ਸਮਾਂ ਆਉਣਾ ਹੈ, 5 ਸਾਲ ਬਾਅਦ ਲੋਕਾਂ ਨੇ ਬਦਲਣਾ ਹੈ, ਹੋ ਸਕਦਾ ਸਾਨੂੰ ਕੋਈ ਧੂਲ ਮਿਲ ਜੇ। ਲੇਕਿਨ ਜਿਹੜਾ ਵਿਰੋਧੀ ਦਲ ਹੈ, ਵਿਰੋਧੀ ਦਲ ਅਕਾਲੀ ਦਲ ਬਾਦਲ ਦੇ ਵਿੱਚ ਜਿਹੜੇ ਸੁਖਬੀਰ ਦੇ ਵਿਰੋਧੀ ਲੋਕ ਨੇ, ਜਾਂ ਜਿਹੜੇ ਇਹ ਕਹਿੰਦੇ ਨੇ ਕਿ ਅਕਾਲੀ ਦਲ ਰਿਵਾਈਵ ਹੋ ਜੇ, ਨਾਰਾ ਉਹਨਾਂ ਦਾ ਇਹ ਹੈ, ਉਹਨਾਂ ਨੂੰ ਇਹ ਹੈ ਕਿ ਹੁਣ ਇਹ ਮੌਕਾ ਹੈ, ਹੁਣ ਇਹਨਾਂ ਤੋਂ ਪ੍ਰਧਾਨਗੀ ਲੈ ਲਈ ਜਾਵੇ। ਤੇ ਨਾਲ ਇਹ ਸੱਚ ਹੈ ਕਿ ਜੇਕਰ ਇਹ ਪ੍ਰਧਾਨਗੀ ਸੁਖਬੀਰ ਬਾਦਲ ਦੀ ਥਾਂ ਕਿਸੇ ਕੋਲ ਹੋਰ ਆ ਜਾਂਦੀ ਹੈ ਤਾਂ ਸੰਭਾਵਨਾ ਹੈ ਕਿ ਜਿਹੜਾ ਵਿਖੜਿਆ ਹੋਇਆ ਅਕਾਲੀ ਦਲ ਹੈ, ਚਾਹੇ ਉਹ 'ਚ ਢੀਂਡਸਾ ਜੀ ਹੋਣ, ਚਾਹੇ ਕੋਈ ਬ੍ਰਹਮਪੁਰਾ ਹੋਣ, ਚਾਹੇ ਕੋਈ ਹੋਰ ਅਕਾਲੀ ਹੋਣ, ਜਿਨ੍ਹਾਂ ਨੂੰ ਆਪਾਂ ਬਾਰ-ਬਾਰ ਟਕਸਾਲੀ ਆਗੂ ਕਹਿੰਦੇ ਹਾਂ, ਤਾਂ ਹੋ ਸਕਦਾ ਉਹ ਕੁਛ ਪੱਧਰ ਤੱਕ
ਉਹ ਦੁਬਾਰੇ ਅਕਾਲੀ ਦਲ ਦੇ ਨਾਲ ਚੱਲ ਪੈਣ। ਹੁਣ ਸਿਚੁਏਸ਼ਨ ਇਹ ਨੇ ਜਿਹੜਾ ਦਾ ਪੇਚ ਇਸ ਗੱਲ ਦਾ ਚੱਲ ਰਿਹਾ ਕਿ ਪ੍ਰਧਾਨਗੀ ਸੁਖਬੀਰ ਬਾਦਲ ਕੋਲ ਰਵੇ ਜਾਂ ਪ੍ਰਧਾਨਗੀ ਕਿਸੇ ਹੋਰ ਕੋਲ ਆ ਜਾਵੇ, ਦੂਜੇ ਧੜੇ ਚਾਹੁੰਗੇ ਵੀ ਹੋਰ ਕੋਲ ਆ ਜਾਵੇ। ਇੱਕ ਗੱਲ ਸਾਫ਼ ਹੈ ਇੱਥੇ ਕਿ ਜੇ ਕਿਸੇ ਤਰ੍ਹਾਂ ਸੁਖਬੀਰ ਬਾਦਲ ਕੋਲ ਪ੍ਰਧਾਨਗੀ ਬਚ ਵੀ ਗਈ ਤਾਂ ਬਾਕੀ ਤਾਕਤਾਂ ਉਹ ਤੋਂ ਇੰਨੀਆਂ ਜ਼ਿਆਦਾ ਖਿੱਚੀਆਂ ਜਾਣਗੀਆਂ ਕਿ ਉਹਦੇ ਜਿਹੜੇ ਇਹ ਬੰਦੇ ਨੇ ਨਾ ਹੁਣ ਮਲੂਕਾ ਸਾਹਿਬ ਤੇ ਭੁੰਦੜ ਸਾਹਿਬ ਘੱਟੋ ਘੱਟ ਇਹ ਨਹੱਥੇ ਹੋ ਜਾਣਗੇ, ਇਹਨਾਂ ਕੋਲ ਤਾਕਤਾਂ ਨਹੀਂ ਰਹਿਣਗੀਆਂ। ਮਤਲਬ ਬਰਾਬਰ ਕੋਈ ਇਸ ਤਰ੍ਹਾਂ ਦੀ ਬੋਡੀ ਬਣ ਜੂਗੀ ਕਿ ਜੇਕਰ ਸੁਖਬੀਰ ਬਾਦਲ ਪ੍ਰਧਾਨ ਰਹੇ ਵੀ ਤਾਂ ਕੋਰ ਕਮੇਟੀ ਜਿਹਨੂੰ ਆਪਾਂ ਕਹਿੰਦੇ ਆ ਜਾਂ ਅਕਾਲੀ ਦਲ ਦੀ ਕੋਈ ਹੋਰ ਵਰਕਿੰਗ ਕਮੇਟੀ ਬਣੇ, ਉਹਦਾ ਅਧਿਕਾਰ ਉਹਦੇ ਉੱਪਰ ਦੀ ਹੋ ਜਾਏਗਾ ਪ੍ਰਧਾਨ ਦੇ। ਗੱਲ ਕੱਟੀ ਜਾਇਆ ਕਰੂਗੀ। ਹਾਂ ਕਿ ਨਾ ਫੈਸਲੇ ਸਾਰੇ ਪ੍ਰੋਸੀਜਰ 'ਚ ਹੋਣਗੇ, ਉਹ ਕਮੇਟੀ 'ਚ ਹੋਣਗੇ, ਪ੍ਰਧਾਨ ਇਕੱਲੇ ਨੂੰ ਤਾਕਤ ਨਹੀਂ ਹੋਊਗੀ। ਇਹ ਮੈਨੂੰ ਗੱਲ ਇਹ ਤਾਂ ਸਾਫ਼ ਹੈ। ਇੱਥੋਂ ਤੱਕ ਤਾਂ ਇਹ ਵੀ ਸੰਭਾਵਨਾ ਵੀ ਹੋ ਸਕਦਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਕੱਟੀ ਹੋ ਜਾਵੇ। ਸੋ ਸਿਚੁਏਸ਼ਨ ਇਹ ਬਣ ਗਈਆਂ, ਸੁਖਬੀਰ ਬਾਦਲ ਕੋਲ ਇੱਕ ਇੱਥੇ ਸਮਾਂ ਸੀ ਜਿਹੜਾ ਉਹਨੇ ਗਵਾ ਲਿਆ। ਉਹ ਸਮਾਂ ਇਹ ਸੀ ਕਿ ਜੇਕਰ ਉਹ ਆਪਦੇ ਭਰੋਸੇ ਦੇ ਬੰਦਿਆਂ ਨੂੰ ਭਰੋਸਾ ਦੇ ਕੇ, ਚਾਹੇ ਉਹ ਕੋਈ ਵੀ ਲੀਡਰ ਹੁੰਦਾ, ਜੇ ਕਿਸੇ ਲੀਡਰ ਨੂੰ ਪ੍ਰੋਜੈਕਟ ਕਰ ਦਿੰਦਾ ਨਾ ਕਿ ਮੈਂ ਤੁਹਾਨੂੰ ਪ੍ਰਧਾਨ ਬਣਾਉਣਾ, ਤੁਸੀਂ ਮੇਰੇ ਨਾਲ ਖੜੋ, ਤੇ ਕੈਂਡੀਡੇਟ ਸੀਐਮ ਦਾ ਆਪ ਬਣਿਆ ਰਹਿੰਦਾ। ਮਤਲਬ ਮੈਨੂੰ ਇਹ ਲੱਗ ਰਿਹਾ ਕਿ ਉਹ ਸਮਾਂ ਵੀ ਲੰਘਾ ਲਿਆ ਇਹਨਾਂ ਨੇ। ਇਹ ਸੋ ਇਸ ਤਰ੍ਹਾਂ ਦੀ ਇਹਦੇ ਵਿੱਚ ਮੈਨੂੰ ਗੱਲ ਲੱਗਦੀ ਹੈ ਕਿ ਇਹਦੇ ਵਿੱਚ ਦੂਰੀ ਮਾਰ ਪੈ ਰਹੀ ਹੈ ਕਿ ਇੱਕ ਤੇ ਸੁਖਬੀਰ ਬਾਦਲ ਦਾ ਜਿਹੜਾ ਸਾਨੂੰ ਵੱਡੇ ਬਾਦਲ ਸਾਹਿਬ ਦੀ ਅਗਵਾਈ 'ਚ ਇਹ ਦਿਖਾਈ ਦੇ ਰਿਹਾ ਸੀ ਕਿ ਡਿਪਟੀ ਸੀਐਮ ਬਣ ਕੇ ਸ਼ਾਇਦ ਉਹਨਾਂ ਨੇ ਆਪਣਾ ਕੱਦ ਐਡਾ ਵੱਡਾ ਕਰ ਲਿਆ ਕਿ ਹੁਣ ਮੇਰੇ ਸਾਹਮਣੇ ਕੋਈ ਬੋਲੇਗਾ ਨਹੀਂ। ਉਹ ਕੱਦ ਉਹਨਾਂ ਦਾ ਓਡਾ ਵੱਡਾ ਨਹੀਂ ਬਣਿਆ। ਉਹਨਾਂ ਦੇ ਸਾਹਮਣੇ ਜਿਹੜੇ ਵਿਰੋਧੀ ਸੁਰ ਹੈ ਉਹ ਸਾਰਿਆਂ ਨੇ ਬੋਲਣੀ ਸ਼ੁਰੂ ਕਰਤੀ ਤੇ ਹੁਣ ਉਹ ਤਾਕਤ ਤੋਂ ਬਾਹਰ ਨੇ। ਜਦੋਂ ਹੁਣ ਬੋਲਣ ਲੱਗ ਗਏ ਤੇ ਜੇ ਉਹਨਾਂ ਨੂੰ ਤਾਕਤ ਮਿਲ ਗਈ, ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਉਸ ਤੋਂ ਬਾਅਦ ਫਿਰ ਸਾਡਾ ਕੁਝ ਨਹੀਂ ਵੱਟਿਆ ਜਾਣਾ। ਜੇ ਇਹਨੂੰ ਹੁਣ ਤਾਕਤ ਦੇ ਦੀ ਫਿਰ ਇਹਨਾਂ ਨੂੰ ਸਭ ਨੂੰ ਪਤਾ ਹੈ ਕਿ ਅਸੀਂ ਖੁੱਡੇ ਲੈਣ ਲੱਗ ਜਾਵਾਂਗੇ। ਦੂਜਾ, ਸ਼੍ਰੋਮਣੀ ਕਮੇਟੀ ਦੀ ਚੋਣ ਨੇੜੇ ਹੈ ਤੇ ਬੀਜੇਪੀ ਦੀ ਪੂਰੀ ਅੱਖ ਹੈ ਕਿ ਅਸੀਂ ਬਾਏ ਪ੍ਰੋਕਸੀ ਵੀ ਭਾਵੇਂ ਸਿੱਧੀ ਸੱਤਾ ਸਾਡੇ ਹੱਥ 'ਚ ਨਾ ਆਵੇ ਪਰ ਉੱਦਾਂ ਸੱਤਾ ਚਲਾਉਣ ਵਾਲੇ ਅਸੀਂ ਰਹੀਏ, ਰਿਮੋਟ ਕੰਟਰੋਲ ਸਾਡੇ ਹੱਥ 'ਚ ਰਵੇ। ਸੋ ਹੁਣ ਇੱਦਾਂ ਦੀ ਸਥਿਤੀ ਬਣੀ ਹੋਈ ਹੈ ਕਿ ਬਾਕੀ ਮੈਨੂੰ ਨਹੀਂ ਪਤਾ, ਜੇ ਤਾਂ ਸੁਖਬੀਰ ਬਾਦਲ ਬੀਜੇਪੀ ਦੇ ਪੱਲੇ ਪੈਂਦਾ ਹੈ ਤਾਂ ਬੀਜੇਪੀ ਵੀ ਮਾਰੀ ਜਾਊਗੀ, ਸੁਖਬੀਰ ਬਾਦਲ ਵੀ ਮਾਰਿਆ ਜਾਊਗਾ। ਜੇ ਦੂਜਾ ਧੜਾ ਬੀਜੇਪੀ ਦੇ ਪੱਲੇ ਪੈਂਦਾ ਹੈ ਉਹ ਸਮਾਂ ਦੱਸੇਗਾ ਕਿ ਉਹਨਾਂ ਦਾ ਕੀ ਹੋਏਗਾ ਕੀ ਨਹੀਂ ਹੋਏਗਾ, ਕਿਉਂਕਿ ਹੁਣ ਬੀਜੇਪੀ ਦਾ ਵੀ ਬਹੁਤ ਵਿਰੋਧ ਹੋਣਾ ਹੈ, ਕਿਸਾਨਾਂ ਵਾਲੇ ਇਸ਼ੂ 'ਤੇ ਵੀ ਵਿਰੋਧ ਹੋਣਾ ਹੈ ਤੇ ਦੂਜਾ 10 ਸਾਲ ਦੀ ਇਨਕੰਬੈਂਸੀ ਹੈ ਜਿਹੜੀ ਉਹ ਵੀ ਬੀਜੇਪੀ ਨੂੰ ਆੜੇ ਆਊਗੀ। ਸੋ ਕੇਂਦਰ ਦੀ ਸਿਆਸਤ ਵੀ ਬਦਲ ਰਹੀ ਹੈ। ਇੱਕ ਜ਼ਮਾਨਾ ਐਸਾ ਸੀ ਕਿ ਆਪੋਜੀਸ਼ਨ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਜਿਹੜੀ ਬੀਜੇਪੀ ਦੇ ਵਿੱਚ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਦਾ ਕੱਦ ਬਹੁਤ ਵੱਡਾ ਸੀ, ਉਦੋਂ ਉਹਨੂੰ ਸੁਣਿਆ ਜਾਂਦਾ ਸੀ। ਹੁਣ ਬਾਦਲ ਸਾਹਿਬ ਆਪਣੀ ਵਡੇਰੀ ਉਮਰ 'ਚ ਚਲੇ ਗਏ। ਸੁਖਬੀਰ ਬਾਦਲ ਦਾ ਵਿਰੋਧੀ ਧਿਰ 'ਚ ਕੋਈ ਕੱਦ ਹੀ ਨਹੀਂ ਹੈਗਾ। ਜੇ ਮੈਂ ਕਹਾਂ ਇੱਕ ਤਾਂ ਵੱਡੇ ਨੂੰ ਤਾਂ ਛੱਡੋ, ਉਹਦਾ ਕੋਈ ਕੱਦ ਹੈ ਨਹੀਂ। ਇਸ ਕਰਕੇ ਉਹਨਾਂ ਨਾਲੋਂ ਵੱਡਾ ਕੱਦ ਜੋ ਮੈਨੂੰ ਲੱਗ ਰਿਹਾ ਉਹ ਹੋਰ ਲੀਡਰਾਂ ਦਾ ਜ਼ਰੂਰ ਹੋਏਗਾ, ਚਾਹੇ ਉਹ ਸਰਸਾ ਹੋਵੇ, ਈਵਨ ਚੰਦੂ ਮਾਜਰਾ ਜੀ ਹੋਣ ਚਾਹੇ। ਮਤਲਬ ਉਹਨਾਂ ਦਾ ਕੱਦ ਸਿਆਸੀ ਤੌਰ 'ਤੇ ਜਿਹੜਾ ਦੂਜੀਆਂ ਖੇਤਰੀ ਪਾਰਟੀਆਂ ਨਾਲ ਡਾਇਲੋਗ ਕਰਨ 'ਚ, ਉਹਨਾਂ ਨਾਲ ਤਾਲਮੇਲ ਬਿਠਾਉਣ 'ਚ ਮੈਨੂੰ ਹੀ ਲੱਗ ਰਿਹਾ ਕਿ ਉਹ ਕੱਦ ਵੱਡੇ ਨੇ। ਅਤੇ ਦੂਜਾ ਇਹ ਹੈ ਕਿ ਜਿਹੜੇ ਸੁਖਬੀਰ ਬਾਦਲ ਦੇ ਨੇੜਲੇ ਲੀਡਰ ਨੇ ਜਿਨ੍ਹਾਂ ਨੂੰ ਪੰਜਾਬ 'ਚ ਹੁਣ ਉਹ ਖੜੇ ਕਰ ਰਹੇ ਨੇ, ਚਾਹੇ ਉਹ ਭੁੰਦੜ ਸਾਹਿਬ ਹੋਣ, ਚਾਹੇ ਮਲੂਕਾ ਸਾਹਿਬ ਹੋਣ ਜਾਂ ਚੀਮਾ ਹੋਣ, ਇਹਨਾਂ ਦਾ ਵੀ ਪੰਜਾਬ ਤੋਂ ਬਾਹਰ ਕੋਈ ਕੱਦ ਨਹੀਂ, ਕਿਉਂਕਿ ਵੱਡੇ ਦਰਖਤ ਦੇ ਥੱਲੇ ਛੋਟੇ ਦਰਖਤ ਤਾਂ ਉਹਨੇ ਹੋਣ ਹੀ ਨਹੀਂ ਦਿੱਤੇ ਨਾ। ਇਸ ਕਰਕੇ ਹੁਣ ਇਸ ਪਾਸੇ ਨੂੰ ਗੱਲ ਵੱਧ ਰਹੀ ਹੈ। ਉਹ ਬਡਾਲਾ ਸਾਹਿਬ ਤੇ ਆਪ ਵੱਡੇ ਬਡਾਲਾ ਸਾਹਿਬ ਤਾਂ ਚਲੇ ਗਏ, ਉਹਨਾਂ ਦੇ ਮੁੰਡੇ ਦਾ ਵੀ ਸੋਹਣਾ ਨਾਂ ਹੈ, ਗੁਰਪ੍ਰਤਾਪ ਬਡਾਲਾ, ਸ਼ਾਇਦ ਉਹਨਾਂ ਦਾ ਵਧੀਆ ਨਾਂ ਹੈ। ਬ੍ਰਹਮਪੁਰਾ ਵੀ ਹੁਣ ਮਤਲਬ ਉਮਰ ਦੇ ਹਿਸਾਬ ਨਾਲ ਪਿੱਛੇ ਨੇ, ਉਹਨਾਂ ਦੇ ਬੇਟੇ ਦਾ ਵੀ ਨਾਂ ਹੈ। ਅਤੇ ਜਿਹੜਾ ਮਜੀਠੀਏ ਦੀ ਭਾਵੇਂ ਜ਼ਮਾਨਤ ਹੋ ਗਈ ਪਰ ਉਹ ਤਾਂ ਦੋਸ਼ ਇੱਦਾਂ ਦੇ ਨੇ, ਉਹਦਾ ਇਮੇਜ ਇੱਦਾਂ ਦਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਮਜੀਠੀਏ ਨੂੰ ਮੂਹਰੇ ਲਾ ਕੇ ਵੀ ਕੁਛ ਬਚ ਸਕਦਾ ਹੈ, ਬਚ ਨਹੀਂ ਸਕਣਾ। ਸੋ ਹਾਲਾਤ ਇੱਦਾਂ ਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਨਾ ਇੱਕ ਵਾਰੀ ਕਾਫੀ ਕੂੜਾ ਕਰਕਟ ਕੱਢਣਾ ਪੈਣਾ ਉਹ 'ਚੋਂ। ਉਹ ਕੂੜਾ ਕਰਕਟ ਜਿਹੜਾ ਹੋਣਾ ਹੈ ਨਾ, ਉਸ ਕੂੜੇ ਕਰਕਟ ਦੇ ਨਾਂ ਦੇ ਉੱਤੇ ਇਹ ਜਿਹੜਾ ਬਾਦਲ ਪਰਿਵਾਰ ਹੈ, ਮੇਰਾ ਖਿਆਲ ਹੈ
ਕਿ ਇਸ ਤੇ ਜ਼ਿਆਦਾ ਛੰਗਾਈ ਇਹਨਾਂ ਦੀ ਹੋਣ ਦੀ ਲੱਗਦੀ ਹੈ। ਬਾਕੀ ਸਮਾਂ ਦੇਖੋ ਜੀ ਕੀ ਹੈ, ਸਮਾਂ ਬੜਾ ਬਲਵਾਨ ਹੈ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦਾ ਜੀ ਧੰਨਵਾਦ ਜੀ। ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਰੇ ਜਾਣਿਆ। ਡਿਵੈਲਪਮੈਂਟਸ ਜ਼ਰੂਰ ਹੋਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਸੰਕਟ ਗਹਿਰਾ ਹੋਣ ਦੇ ਅਸਾਰ ਨੇ। ਸੁਖਬੀਰ ਲਈ ਮੁਸ਼ਕਲਾਂ ਹੋਰ ਖੜੀਆਂ ਹੋ ਸਕਦੀਆਂ। ਜਿਹੜੇ ਅਕਾਲੀ ਟਕਸਾਲੀ ਅਕਾਲੀ ਇਕੱਠੇ ਹੋ ਗਏ ਨੇ ਸੁਖਬੀਰ ਦੇ ਖਿਲਾਫ, ਜ਼ਰੂਰ ਕੋਈ ਕਹਿ ਸਕਦੇ ਹਾਂ ਕਿ ਪ੍ਰਧਾਨਗੀ ਨੂੰ ਸਨ ਸੁਖਬੀਰ ਦੇ ਨੂੰ ਲਾਉਣਗੇ। ਜੋ ਹੋਰ ਗੱਲਬਾਤ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਧਾਲੀਵਾਲ ਸਾਹਿਬ ਨਾਲ ਜੁੜ ਕੇ ਅਸੀਂ ਤੁਹਾਡੇ ਉਹ ਸਨਮੁਖ ਕਰਾਂਗੇ। ਤੁਸੀਂ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਸਿਆਸਤ ਦੇ ਉੱਤੇ ਗੱਲਬਾਤ ਹੈ ਸਾਰੇ ਲੋਕ ਇਸ ਗੱਲਬਾਤ ਨੂੰ ਜਾਣੂ ਹੋ ਸਕਣ। ਸ਼ੁਕਰੀਆ।